2020 ਦੇ ਵਿੱਚ ਜਲੰਧਰ ਦੇ ਵਿੱਚ ਦੋ ਬਦਮਾਸ਼ ਔਰ ਗੈਂਗਸਟਰਸ ਫੜੇ ਗਏ ਸੀ। ਇੱਕ ਹਰਿਆਣੇ ਦਾ ਸੀ, ਇੱਕ ਪੰਜਾਬ ਦਾ ਸੀ। ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ 50 ਲੱਖ ਰੁਪਈਆ ਸਿੱਧੂ ਮੂਸੇਵਾਲੇ ਕੋਲੋਂ ਸਪਾਰੀ ਲੈਣੀ ਸੀ, ਜੇ ਨਾ ਦਿੰਦਾ ਤਾਂ ਅਸੀਂ ਗੋਲੀ ਮਾਰ ਦੇਣੀ ਸੀ। ਇਸ ਦਾ ਮਤਲਬ ਸਿੱਧੂ ਮੂਸੇਵਾਲਾ ਕਿਤੇ ਨਾ ਕਿਤੇ ਟਾਰਗੇਟ ਤੇ ਸੀ। ਅਜਿਹੇ ਦੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਸਿਕਿਉਰਿਟੀ ਵਾਪਸ ਲੈ ਕੇ ਜਨਤਕ ਤੌਰ ਤੇ ਸੂਚਨਾ ਦੇ ਦੇਣੀ ਕੀ ਠੀਕ ਚੀਜ਼ ਹੈ? ਇਹੀ ਤਾਂ ਲੈਪਸ ਹੈ। ਤਾਂ ਆਪਾਂ ਸਿਕਿਉਰਿਟੀ ਵਾਪਸ ਲੈ ਸਕਦੇ ਹਾਂ। ਆਲਰੇਡੀ ਉਹਦੀ 2020 ਤੋਂ ਥ੍ਰੈਟ ਹੈ ਉਹਨੂੰ, ਉਹਦੇ ਕੋਲੋਂ ਰੈਂਸਮ ਔਰ ਫਰੋਤੀ ਦੀ ਥ੍ਰੈਟ ਹੈ ਉਹਨੂੰ। ਤੁਸੀਂ ਸਿਕਿਉਰਿਟੀ ਵਾਪਸ ਲੈ ਲਈ, ਸਿਕਿਉਰਿਟੀ ਵਾਪਸ ਲੈ ਲਈ ਹੈ ਤਾਂ ਉਹਦਾ ਅੰਜਾਮ ਦੇਖੋ ਜੇ 24 ਘੰਟੇ ਵੀ ਪੂਰੇ ਨਹੀਂ ਹੋਏ। ਔਰ ਇਹ ਵੀ ਤਾਂ ਪਬਲਿਕਲੀ ਦੱਸਦਾ ਕਿ ਹੁਣ ਸਿੱਧੂ ਮੂਸੇਵਾਲਾ ਇਕੱਲਾ ਹੀ ਹੈ। ਚਰਚਾ ਇਹ ਵੀ ਛਿੜ ਰਹੀ ਕਿ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਗਾਇਕ ਉਹਦਾ ਨਾਂ ਵੀ ਜੁੜ ਸਕਦਾ ਹੈ। ਹੋ ਸਕਦਾ ਪੰਜਾਬੀ ਸਿੰਗਰ ਹੋਵੇ, ਹੋ ਸਕਦਾ ਪੰਜਾਬੀ ਪ੍ਰਮੋਟਰ ਹੋਵੇ। ਹੁਣ ਸਿੱਧੂ ਮੂਸੇਵਾਲਾ ਸਿਆਸਤ ਵਿੱਚ ਵੀ ਸੀ, ਹੋ ਸਕਦਾ ਕੋਈ ਸਿਆਸੀ ਦੁਸ਼ਮਣ ਵੀ ਹੋਵੇ। ਗੈਂਗਸਟਰ ਦੇ ਪਿੱਛੇ ਕੌਣ ਹੈ? ਆਫਟਰ ਗੈਂਗਸਟਰਸ ਦਾ ਕਿਤੇ ਨਾ ਕਿਤੇ ਤਾਂ ਕੋਈ ਇੰਟਰਸਟ ਹੋਏਗਾ ਨਾ। ਉਹਨੇ 295 ਤੇ ਜਿਹੜਾ ਗੀਤ ਗਾਇਆ, ਲੋਕ ਉਹਨੂੰ ਸੁਣਦੇ ਨੇ, ਇੱਕ ਇੱਕ ਉਹਦੀ ਅਲਫਾਜ਼ ਨੂੰ ਧਿਆਨ ਨਾਲ ਸੁਣਦੇ ਨੇ। ਉਹ ਤਾਂ ਪੋਲ ਖੋਲ ਮਹਿਕਮਾ ਸੀ ਪੰਜਾਬ ਦਾ। ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਕਤਲ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਗੀਤ ਆਇਆ ਸੀ ਕਿ ਗੱਭਰੂ ਦੇ ਚਿਹਰੇ ਉੱਤੋਂ ਨੂਰ ਦੱਸਦਾ, ਉੱਠੂਗਾ ਜਵਾਨੀ 'ਚ ਜਨਾਜ਼ਾ। ਤੇ ਅੱਜ ਉਹਦਾ ਕਤਲ ਹੋਇਆ ਹੈ। ਹਰ ਅੱਖ ਪੰਜਾਬੀ ਦੀ ਨਮ ਹੈ। ਲੋਕ ਸ਼ਰਧਾਂਜਲੀਆਂ ਵੀ ਦੇ ਰਹੇ ਨੇ। ਸਾਡੇ ਨਾਲ ਸੀਨੀਅਰ ਜਰਨਲਿਸਟ ਤੇ ਸਪੈਸ਼ਲ ਕ੍ਰਾਈਮ ਰਿਪੋਰਟਰ ਡਾਕਟਰ ਸੁਰਿੰਦਰ ਜੀ ਨੇ। ਡਾਕਟਰ ਸਾਹਿਬ, ਇਹ ਤਾਰ ਕਿੱਥੇ ਕਿ ਜੋੜ ਰਹੇ? ਦੇਖੋ, ਵਾਰਦਾਤ ਦਾ ਜਿਹੜਾ ਤੌਰ ਤਰੀਕਾ ਉਹ ਸੇਮ ਨੰਗਲ ਅੰਬੀਆਂ ਦਾ ਸੰਦੀਪ ਦਾ ਮਰਡਰ ਹੋਇਆ ਸੀ ਉਦਾਂ ਸੀ। ਯਾਨੀ ਬੇਖੌਫ ਹੋ ਕੇ ਗੋਲੀਆਂ ਮਾਰਨੀਆਂ, ਦਿਨ ਦਹਾੜੇ ਗੋਲੀਆਂ ਮਾਰਨੀਆਂ, ਲੁੱਕ ਕੇ ਨਹੀਂ ਗੋਲੀਆਂ ਮਾਰਨੀਆਂ, ਦਿਨ ਦਹਾੜੇ ਮਾਰਨੀਆਂ, ਸ਼ਰੇਆਮ ਮਾਰਨੀਆਂ। ਤੇ ਜਦੋਂ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਤੇ ਉਹ ਕਲੀਅਰ ਹੋ ਜਾਂਦਾ ਕਿ ਇਹ ਜਿਹੜਾ ਕਾਰਵਾਈ ਹੈ ਸ਼ਾਰਪ ਸ਼ੂਟਰ ਜਾਂ ਗੈਂਗਸਟਰਸ ਵੱਲੋਂ ਕੀਤੀ ਗਈ। ਫਰੰਟ ਤੋਂ ਮਾਰਨੀਆਂ। ਤੁਸੀਂ ਦੇਖੋ ਸਿੱਧੂ ਮੂਸੇਵਾਲੇ ਦੀ ਜਿਹੜੀ ਤਾਜ਼ਾ ਵੀਡੀਓਜ਼ ਨਿਕਲ ਕੇ ਆਈਆਂ ਮੌਕੇ ਦੀਆਂ, ਫਰੰਟ ਤੋਂ ਬਰਸਟ ਮਾਰੇ ਗਏ ਤੇ ਫਰੰਟ ਤੋਂ ਤੁਸੀਂ ਵਾਪਸ ਘੁਮਾ ਲਓ ਸੰਦੀਪ ਨੰਗਲ ਅੰਬੀਆ ਦੇ ਕੇਸ ਵੱਲ, ਸ਼ਰੇਆਮ ਸਿੱਧੇ ਫਰੰਟ ਤੋਂ ਮਾਰੇ ਗਏ ਸੀ। ਸੋ ਜਿੰਨੀਆਂ ਕਿ ਇਨਵੈਸਟੀਗੇਸ਼ਨ ਏਜੰਸੀਜ਼ ਹੁਣ ਕਾਰਵਾਈ ਕਰ ਰਹੀਆਂ, ਮੇਰੀ ਕੁਝ ਨਾਲ ਅਫਸਰਾਂ ਨਾਲ ਗੱਲ ਵੀ ਹੋਈ ਹੈ, ਉਹ ਵੀ ਇਹੀ ਕਹਿ ਰਹੇ ਸੀ ਕਿ ਇਹ ਜਿਹੜੀ ਕਾਰਵਾਈ ਹੈ ਗੈਂਗਸਟਰਸ ਵੱਲੋਂ ਕੀਤੀ ਗਈ ਹੈ। ਔਰ ਇਹਦੇ ਵਿੱਚ ਗੈਂਗਸਟਰਸ ਦਾ ਹੱਥ ਜਿਹੜਾ ਉਹ ਸਾਹਮਣੇ ਆ ਰਿਹਾ। ਤੌਰ ਤਰੀਕਾ ਗੈਂਗਸਟਰਸ ਵਾਲਾ, ਕਾਰਵਾਈ ਗੈਂਗਸਟਰਸ ਵਾਲੀ ਹੈ। ਬੇਖੌਫ, ਦਿਨ ਦਿਹਾੜੇ, ਕੋਈ ਪਰਵਾਹ ਨਹੀਂ। ਗੱਡੀ 'ਚ 3 ਬੈਠੇ ਆ, ਕੋਈ ਪਰਵਾਹ ਨਹੀਂ ਸੀ ਜਿਵੇਂ ਨੰਗਲ ਅੰਬੀਆਂ ਦੇ ਵਿੱਚ 5000 ਬੰਦਾ ਬੈਠਾ ਸੀ, ਕੋਈ ਪਰਵਾਹ ਨਹੀਂ। ਆਵਾਜਾਈ ਜਾ ਰਹੀ ਹੈ, ਲੋਕ ਆ ਜਾ ਰਹੇ ਨੇ। ਤੇ ਇਸ ਦਾ ਮਤਲਬ ਕਿਤੇ ਨਾ ਕਿਤੇ ਉਹ ਜਿਨ੍ਹਾਂ ਨੇ ਮਰਡਰ ਕੀਤਾ ਉਹ ਬੇਖੌਫ ਸੀ, ਉਹਨਾਂ ਦੇ ਵਿੱਚ ਕੋਈ ਡਰ ਨਹੀਂ ਸੀ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਸਿੱਧਾ ਸੀ ਕਿ ਅਸੀਂ ਆਪਣਾ ਟਾਰਗੇਟ ਪੂਰਾ ਕਰਨਾ ਤੇ ਜਾਣਾ। ਅੱਛਾ ਡਾਕਟਰ ਸਾਹਿਬ, ਸਿੱਧੂ ਮੂਸੇਵਾਲਾ ਨੂੰ ਤੁਸੀਂ ਕਹਿ ਰਹੇ ਹੋ ਕਿ ਗੈਂਗਸਟਰ ਵੱਲੋਂ ਮਾਰਿਆ ਹੋ ਸਕਦਾ। ਇੱਕ ਚਰਚਾ ਇਹ ਵੀ ਛਿੜ ਰਹੀ ਕਿ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਗਾਇਕ ਉਹਦਾ ਨਾਂ ਵੀ ਜੁੜ ਸਕਦਾ ਹੈਗਾ। ਦੇਖੋ ਪਤਾ ਕੀ ਹੈ, ਕਬੱਡੀ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਦਾ ਜਦੋਂ ਮਰਡਰ ਹੋਇਆ, ਗੈਂਗਸਟਰਸ ਨੇ ਮਾਰਿਆ। ਗੈਂਗਸਟਰਸ ਦੇ ਪਿੱਛੇ ਕੌਣ ਹੈ? ਆਫਟਰ ਗੈਂਗਸਟਰਸ ਦਾ ਕਿਤੇ ਨਾ ਕਿਤੇ ਤਾਂ ਕੋਈ ਇੰਟਰਸਟ ਹੋਏਗਾ ਨਾ। ਬਾਅਦ ਚ ਨਿਕਲਿਆ ਕੈਨੇਡਾ ਤੋਂ ਕਬੱਡੀ ਪ੍ਰਮੋਟਰ, ਠੀਕ ਹੈ ਨਾ। ਬਾਅਦ ਦੇ ਵਿੱਚ ਨਿਕਲੇ ਨਾਲ ਵੱਡੇ ਵੱਡੇ ਲੋਕ ਕਬੱਡੀ ਦੇ। ਇਸੇ ਕਰਕੇ ਇੰਡਸਟਰੀ ਦੇ ਵਿੱਚ ਇਹਨਾਂ ਦੇ ਪਿੱਛੇ ਗੈਂਗਸਟਰਸ ਦਾ ਕੋਈ ਆਪਣਾ ਮੋਟਿਵ ਨਹੀਂ ਹੁੰਦਾ। ਉਹਨਾਂ ਦੀ ਪਰਸਨਲ ਨਹੀਂ ਰੰਜ ਹੁੰਦੀ। ਉਹਨਾਂ ਦੀ ਪਿੱਛੇ ਮੋਟਿਵ ਕੀ ਹੁੰਦਾ ਉਹਦੇ ਉੱਤੇ ਡਿਪੈਂਡ ਕਰਦਾ ਕਿ ਉਹਨਾਂ ਨੂੰ ਪਿੱਛੋਂ ਕਿੰਨੇ ਕਿਹਾ ਗਿਆ, ਕਿੰਨੇ ਉਹਦੀ ਸੁਪਾਰੀ ਦਿੱਤੀ ਹੈ, ਕਿੰਨੇ ਉਹਦੀ ਜਿਹੜੀ ਹੈ ਸਾਰਾ ਤਾਨਾ ਬਾਨਾ ਬੁਣਿਆ ਕਿ ਇਹ ਜਿਹੜਾ ਮੇਰਾ ਟਾਰਗੇਟ ਹੈ ਇਹਨੂੰ ਖਤਮ ਕਰਨਾ। ਹੋ ਸਕਦਾ ਪੰਜਾਬੀ ਸਿੰਗਰ ਹੋਵੇ, ਹੋ ਸਕਦਾ ਪੰਜਾਬੀ ਪ੍ਰਮੋਟਰ ਹੋਵੇ। ਹੁਣ ਸਿੱਧੂ ਮੂਸੇਵਾਲਾ ਸਿਆਸਤ ਵਿੱਚ ਵੀ ਸੀ, ਹੋ ਸਕਦਾ ਕੋਈ ਸਿਆਸੀ ਦੁਸ਼ਮਣ ਵੀ ਹੋਵੇ। ਹੋ ਸਕਦਾ ਕੋਈ ਉਤੋਂ ਖਾਰ ਖਾਂਦਾ ਹੋਵੇ, ਬਹੁਤ ਜ਼ਿਆਦਾ ਪੰਜਾਬੀ ਫੇਮਸ ਸਿੰਗਰ ਹੋ ਗਿਆ ਤੇ ਕਰੋੜਾਂ ਵਿਊਜ਼ ਆ ਗਏ ਨੇ। ਲੇਕਿਨ ਗੱਲ ਇਹ ਮੈਂ ਥੋੜੀ ਜਿਹੀ ਕਰਨਾ ਚਾਹੁੰਦਾ, ਗੱਲ ਆ ਗਈ ਦਿਮਾਗ 'ਚ। 2020 ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਜਲੰਧਰ ਦੇ ਵਿੱਚ ਦੋ ਬਦਮਾਸ਼ ਔਰ ਗੈਂਗਸਟਰਸ ਫੜੇ ਗਏ ਸੀ, ਛੋਟੇ ਲੈਵਲ ਦੇ ਸੀ। ਇੱਕ ਹਰਿਆਣੇ ਦਾ ਸੀ, ਇੱਕ ਪੰਜਾਬ ਦਾ ਸੀ। ਤੇ ਜਦੋਂ ਫੜੇ ਸੀ ਨਾ ਸਰ, ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ 50 ਲੱਖ ਰੁਪਈਆ ਸਿੱਧੂ ਮੂਸੇਵਾਲੇ ਕੋਲੋਂ ਸਪਾਰੀ ਲੈਣੀ ਸੀ, ਜੇ ਨਾ ਦਿੰਦਾ ਤਾਂ ਅਸੀਂ ਗੋਲੀ ਮਾਰ ਦੇਣੀ ਸੀ। ਇਹ ਔਨ ਰਿਕਾਰਡ ਹੈ। ਇਸ ਦਾ ਮਤਲਬ ਸਿੱਧੂ ਮੂਸੇਵਾਲਾ ਕਿਤੇ ਨਾ ਕਿਤੇ ਟਾਰਗੇਟ ਤੇ ਸੀ, ਭਾਵੇਂ ਉਹ
ਟਾਰਗੇਟ ਤੇ ਦੇਖੋ, ਟਾਰਗੇਟ ਉਹ ਸਾਰੇ ਬੰਦੇ ਹੁੰਦੇ ਆ ਜਿਨ੍ਹਾਂ ਕੋਲ ਪੈਸਾ ਹੁੰਦਾ, ਸ਼ੋਹਰਤ। ਜਿਵੇਂ ਤੁਸੀਂ ਕਿਹਾ ਵੀ ਇਹ ਗੱਲ ਔਨ ਰਿਕਾਰਡ ਆ ਕਿ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ 50 ਲੱਖ ਰੁਪਏ ਤੋਂ ਮੰਗਿਆ ਜਾ ਰਿਹਾ ਸੀਗਾ, ਨਹੀਂ ਤਾਂ ਤੈਨੂੰ ਮਾਰ ਦਿਆਂਗੇ। ਅਜਿਹੇ ਦੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਸਿਕਿਉਰਿਟੀ ਵਾਪਸ ਲੈ ਕੇ ਜਨਤਕ ਤੌਰ ਤੇ ਸੂਚਨਾ ਦੇ ਦੇਣੀ ਕੀ ਠੀਕ ਚੀਜ਼ ਹੈ? ਇਹੀ ਤਾਂ ਲੈਪਸ ਹੈ। ਪਹਿਲਾਂ ਤਾਂ 2020 ਦਾ ਮੁਕੱਦਮਾ ਕੱਢ ਕੇ ਦੇਖੋ, FIR ਦੇ ਵਿੱਚ ਔਨ ਰਿਕਾਰਡ ਹੈ ਕਿ 2 ਬਦਮਾਸ਼ ਫੜੇ ਗਏ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਨਾ ਸੀ ਜੇ ਉਹ 50 ਲੱਖ ਨਾ ਦਿੰਦਾ। ਪਰਮੀਸ਼ ਵਰਮੇ ਤੇ ਗੋਲੀ ਚੱਲੀ ਹੈ, ਸਭ ਨੂੰ ਪਤਾ ਗੈਂਗਸਟਰਸ ਨੇ ਚਲਾਈ ਹੈ, ਸਭ ਨੂੰ ਪਤਾ ਹੈ ਕਿ ਮਨਕੀਰ ਤੋਲਖ ਡਰੇ ਹੋਏ ਨੇ, ਉਹਨਾਂ ਨੇ ਹੁਣ ਸਿਕਿਉਰਿਟੀ ਲਈ। ਬਿਲਕੁਲ ਤੁਸੀਂ ਇਹ ਗੱਲ ਨੂੰ ਕਿੱਦਾਂ ਆਪਾਂ ਸਿਕਿਉਰਿਟੀ ਵਾਪਸ ਲੈ ਸਕਦੇ ਹਾਂ? ਆਲਰੇਡੀ ਉਹਦੀ 2020 ਤੋਂ ਥ੍ਰੈਟ ਹੈ ਉਹਨੂੰ, ਉਹਦੇ ਕੋਲੋਂ ਰੈਂਸਮ ਔਰ ਫਰੋਤੀ ਦੀ ਥ੍ਰੈਟ ਹੈ ਉਹਨੂੰ। ਤੁਸੀਂ ਸਿਕਿਉਰਿਟੀ ਵਾਪਸ ਲੈ ਲਈ, ਸਿਕਿਉਰਿਟੀ ਵਾਪਸ ਲੈ ਲਈ ਹੈ ਤਾਂ ਉਹਦਾ ਅੰਜਾਮ ਦੇਖੋ ਜੇ 24 ਘੰਟੇ ਵੀ ਪੂਰੇ ਨਹੀਂ ਹੋਏ। ਔਰ ਇਹ ਵੀ ਪਬਲਿਕਲੀ ਦੱਸਦਾ ਕਿ ਹੁਣ ਸਿੱਧੂ ਮੂਸੇਵਾਲਾ ਕੱਲਾ ਹੀ ਆ, ਕੱਲਾ ਹੀ ਆ। ਦੇਖ ਲਓ, ਕੱਲਾ ਹੀ ਚਲਾ ਗਿਆ, ਯਾਰਾਂ ਦਾ ਯਾਰ, ਕੱਲਾ ਹੀ ਚਲਾ ਗਿਆ। ਪੰਜਾਬ ਦਾ ਅੱਖਾਂ ਨਮ ਹੁੰਦੀਆਂ ਗੱਲ ਕਰਦੇ ਆ, ਕਿੱਥੇ ਤੱਕ ਉਹਨੇ ਨਾਮ ਵਧਾਤਾ ਪੰਜਾਬ ਦਾ, ਕਿੱਥੇ ਤੱਕ ਲੈ ਗਿਆ ਨਾਮ। ਉਹਦੇ ਗੀਤ ਸੁਣੋ, ਕਈ ਗੀਤ ਉਹਦੇ ਸੰਦੇਸ਼ਾ ਦਿੰਦੇ ਨੇ, ਨੌਜਵਾਨਾਂ ਨੂੰ ਦਿਸ਼ਾ ਦੇਣ ਵਾਲੇ ਨੇ। ਉਹਨੇ 295 ਤੇ ਜਿਹੜਾ ਗੀਤ ਗਾਇਆ, ਲੋਕ ਉਹਨੂੰ ਸੁਣਦੇ ਨੇ, ਇੱਕ ਇੱਕ ਉਹਦੀ ਅਲਫਾਜ਼ ਨੂੰ ਧਿਆਨ ਨਾਲ ਸੁਣਦੇ ਨੇ ਕਿ ਵਾਕਈ ਇਹ ਜਿਹੜਾ ਧਰਮ ਦੇ ਠੇਕੇਦਾਰਾਂ ਦਾ, ਉਹ ਤਾਂ ਪੋਲ ਖੋਲ ਮਹਿਕਮਾ ਸੀ ਪੰਜਾਬ ਦਾ। ਪਰ ਏਡੀ ਵੱਡੀ ਜਿਹੜੀ ਜਿਹਨੂੰ ਆਪਾਂ ਕਹੀਏ ਕਿ ਵਿਸਲ ਬਲੋਅਰ ਕਹਿ ਦਈਏ, ਜਿਹੜਾ ਸਮਾਜਿਕ ਕੁਰਤੀਆਂ ਦੇ ਖਿਲਾਫ। ਮੈਨੂੰ ਯਾਦ ਹੈ ਪਿੱਛੇ ਜੇ ਗੀਤ ਆਇਆ ਸੀਗਾ, ਆਮ ਆਦਮੀ ਪਾਰਟੀ ਬਹੁਤ ਚਿੜੀ ਸੀ ਸਿੱਧੂ ਮੂਸੇਵਾਲੇ ਤੋਂ, ਸਾਰਿਆਂ ਨੇ ਟਵੀਟ ਕੀਤਾ ਸੀ, ਕਹਿੰਦੇ ਦਿੱਲੀ ਹੁਕਮ ਆਇਆ ਕੱਲਾ ਕੱਲਾ MLA ਟਵੀਟ ਕਰੇ ਸਿੱਧੂ ਮੂਸੇਵਾਲੇ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਗਦਾਰ ਕਹਿਤਾ। ਜਦਕਿ ਗੀਤ ਦੇ ਵਿੱਚ ਜਿਹੜਾ ਰਾਜ ਸਭਾ ਉਹਨਾਂ ਨੇ ਜਿਹੜੇ ਮੈਂਬਰ ਭੇਜੇ ਉੱਤੇ ਸਵਾਲ ਸੀ ਹੋਰ ਪੰਜਾਬ ਦੀਆਂ ਬਹੁਤ ਵੱਡੇ ਉਹਨਾਂ ਨੇ ਖੁਲਾਸੇ ਕਰੇ ਸੀਗੇ। ਦੇਖੋ ਪਤਾ ਕੀ ਗੱਲ ਹੈ, ਮੈਂ ਤਾਂ ਇਹ ਕਹਿਣਾ ਕਿ ਕਦੀ ਆਪਣੇ ਸਿਆਸੀ ਦੁਸ਼ਮਣੀਆਂ ਕੱਢਣ ਲਈ, ਕੋਈ ਕਾਂਗਰਸੀ ਆ, ਕੋਈ ਅਕਾਲੀ ਆ, ਕੋਈ ਭਾਰਤੀ ਜਨਤਾ ਪਾਰਟੀ ਦਾ, ਉਹਨੂੰ ਤੁਸੀਂ ਆਮ ਆਦਮੀ ਪਾਰਟੀ ਦਾ, ਬਸਪਾ ਦਾ, ਇਹ ਨਾ ਦੇਖੋ। ਇਹ ਦੇਖੋ ਪੰਜਾਬ ਦਾ ਭਲਾ ਕਿੱਧਰ ਹੈ, ਲੋਕਾਂ ਦੀ ਸੁਰੱਖਿਆ ਕਿੱਧਰ ਹੈ। ਅਸੀਂ ਅੱਗੇ ਸਾਨੂੰ 2 ਕਰਨ ਦੀ ਥ੍ਰੈਟ ਹੈ। ਅਸੀਂ ਇੱਕ ਤਾਂ 553 ਕਿਲੋਮੀਟਰ ਬਾਰਡਰ ਤੇ ਬੈਠੇ ਆ, ਡਰੋਨ ਰੋਜ਼ ਆਂਦਾ, ਰੋਜ਼ ਹਥਿਆਰ ਸੁੱਟਦਾ, ਰੋਜ਼ ਡਰੱਗ ਦਿੰਦਾ ਤੇ ਚਲਾ ਜਾਂਦਾ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ, ਪੰਜਾਬ ਸਰਹੱਦੀ ਸੂਬਾ। ਅਸੀਂ ਮੈਨੂੰ ਇਹ ਦੱਸੋ, ਤੁਸੀਂ ਦੇਖ ਲਿਆ ਮੋਹਾਲੀ ਪੁਲਿਸ ਦੇ ਹੈੱਡਕੁਆਟਰ ਤੇ ਕੀ ਹੋਇਆ? ਠੀਕ ਹੈ ਨਾ, ਕਰਨਾਲ ਫੜਿਆ ਗਿਆ, ਕਿੰਨਾ ਐਕਸਪਲੋਸਿਵ ਫੜਿਆ ਜਾ ਰਿਹਾ। ਉਹ ਯਾਰ ਇਹ ਲੋਕ ਟਾਰਗੇਟ ਤੇ ਨੇ, ਸਾਡੇ ਪੰਜਾਬ ਦੇ ਵੱਡੇ ਵੱਡੇ ਲੋਕ ਟਾਰਗੇਟ ਤੇ ਨੇ। ਇਹਨਾਂ ਨੂੰ ਬਚਾਉਣਾ ਫਰਜ਼ ਵੀ ਹੈ, ਸਰਕਾਰਾਂ ਦਾ ਫਰਜ਼ ਹੈ। ਤੁਸੀਂ ਸਿਕਿਉਰਿਟੀਆਂ ਵਾਪਸ ਲੈ ਰਹੇ ਹੋ, ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਲੈ ਲਈ, ਅਕਾਲ ਤਖਤ ਸਾਹਿਬ ਜਥੇਦਾਰ ਦੀ ਲੈ ਲਈ ਸਿਕਿਉਰਿਟੀ ਵਾਪਸ। ਇੱਕ ਤੁਸੀਂ ਨਾਲ ਜਨਤਕ ਕਰਤਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਕਿਉਰਿਟੀ ਵਾਪਸ ਹੋ ਗਈ। ਤੁਸੀਂ ਮੈਨੂੰ ਇਹ ਦੱਸੋ, ਇਹ ਮੈਸੇਜ ਕੋਈ ਛੋਟਾ ਮੈਸੇਜ ਹੈ? ਅਕਾਲ ਤਖਤ ਸਾਹਿਬ ਦੇ ਇੱਕ ਇੱਕ ਹੁਕਮਨਾਮੇ ਦਾ ਅਲਫਾਜ਼ ਸਿੱਖ ਕੌਮ ਕੀ ਸਾਰੇ ਪੰਜਾਬ, ਜਿੱਥੇ ਜਿੱਥੇ ਪੰਜਾਬੀ ਵਸਦੇ ਨੇ, ਸਿਰ ਨੀਵਾਂ ਹੋ ਕੇ ਉਸ ਅਲਫਾਜ਼ ਤੇ ਪਹਿਰਾ ਦਿੰਦੇ ਨੇ ਤੇ ਉਹਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਂਦੇ ਨੇ, ਉਹਦੇ ਅੱਗੇ ਨਤਮਸਤਕ ਹੁੰਦੇ ਆ। ਉਹ ਹੁਕਮਨਾਮਾ ਹੁੰਦਾ। ਔਰ ਅਸੀਂ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ। ਔਰ ਉਹ ਸਿਕਿਉਰਿਟੀ ਵਾਪਸ ਲੈਣ ਤੋਂ ਬਾਅਦ ਤੁਸੀਂ ਦੇਖ ਲਿਆ ਕਿ ਅੱਜ ਪਟਨਾ ਸਾਹਿਬ ਦੇ ਵਿਗਿਆਨੀ ਜੀ ਨੇ ਆਪਣੀ ਸਿਕਿਉਰਿਟੀ ਵਾਪਸ ਕਰਤੀ ਆ, ਕੇਸਗੜ੍ਹ ਸਾਹਿਬ ਵਾਲਿਆਂ ਨੇ ਵੀ ਵਾਪਸ ਕਰਤੀ ਆ। ਅਸੀਂ ਪੰਜਾਬ ਨੂੰ ਤਾਂ ਅਸੀਂ ਫੜਨ ਆਏ ਸੀ ਡਰੱਗ ਨੂੰ, ਕਿ ਅਸੀਂ ਡਰੱਗ ਵਾਲੇ ਫੜ ਕੇ ਅੰਦਰ ਦੇਣੇ ਆ, ਅਸੀਂ ਫੜਨ ਆਏ ਸੀ ਬੇਅਦਬੀਆਂ ਵਾਲੇ ਫੜ ਕੇ ਅੰਦਰ ਦੇਣੇ ਆ। ਅਸੀਂ ਤੁਰ ਕਿੱਧਰ ਪਏ ਪੰਜਾਬ ਲੈ ਕੇ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਸਾਡਾ ਪੰਜਾਬ ਦਾ ਜਿਹੜੇ ਮੁੱਦੇ ਨੇ, ਪੰਜਾਬ ਦਾ ਮੁੱਦਾ ਪਾਣੀ ਹੈ, ਪੰਜਾਬ ਦਾ ਮੁੱਦਾ ਇੱਥੇ ਦਾ ਪਰਿਆਵਰਣ ਹੈ, ਪੰਜਾਬ ਦਾ ਮੁੱਦਾ ਬੇਰੁਜ਼ਗਾਰੀ ਹੈ, ਪੰਜਾਬ ਦਾ ਮੁੱਦਾ ਇੱਥੇ ਦਾ ਡਰੱਗ ਹੈ, ਪੰਜਾਬ ਦਾ ਮੁੱਦਾ ਬੇਅਦਬੀਆਂ ਦਾ। ਆਪਾਂ ਕੇਂਦਰ ਸਰਕਾਰ ਕੋ ਜਾਈਏ ਕਿ 553 ਕਿਲੋਮੀਟਰ ਦੀ ਬੈਲਟ ਦੇ ਉੱਤੇ ਸਬਸਿਡਾਈਜ਼ ਕਰਕੇ ਇੰਡਸਟਰੀ ਲਾਓ, ਨੌਜਵਾਨ ਬਾਹਰ ਜਾਣ ਤੋਂ ਰੁਕੇ, ਵੱਡੀ ਵੱਡੀ ਇੰਡਸਟਰੀ, IT ਇੰਡਸਟਰੀ ਨੂੰ ਪਾਕਿਸਤਾਨ ਦੇ ਬਾਰਡਰ ਦੇ ਨਾਲ ਨਾਲ ਲਾ ਦਿਓ ਤਾਂ ਕਿ ਸੌਫਟਵੇਅਰ ਇੰਡਸਟਰੀ ਨੂੰ ਕੋਈ ਹੱਬ ਬਣਾ ਦਿਓ, ਨੌਜਵਾਨ ਨੌਕਰੀਆਂ ਕਰਨ। ਤੁਸੀਂ ਕਿੱਧਰਲੇ ਪਾਸੇ ਆਪਾਂ ਤੁਰ ਪਏ? ਅਸੀਂ ਸੁਰੱਖਿਆ ਇਹਦੀ ਲੈ ਲਓ, ਜ਼ਮੀਨ ਛਡਾ ਲਓ, ਕਰੋ, ਸਰਕਾਰੀ ਕੰਮ ਕਰ ਰਹੇ ਜਾਂਦੇ ਨੇ, ਲੇਕਿਨ ਉਹਨਾਂ ਢੋਲ ਨਾ ਵਜਾਓ। ਲੋਕਾਂ 'ਚ ਇਹ ਨਾ ਦੱਸੋ ਕਿ ਇਹਦੇ ਕੋਲ ਸਿਕਿਉਰਿਟੀ ਹੈਗੀ ਆ, ਇਹਦੇ ਕੋਲ ਨਹੀਂ ਹੈਗੀ। ਇਹਨੂੰ ਹੁਣ ਦੇਖੋ, ਤੁਸੀਂ ਡੇਰਾ ਸੱਚਖੰਡ ਬੱਲਾਂ ਦੀ ਸਿਕਿਉਰਿਟੀ ਬਾਰੇ ਲਿਖਤਾ, ਰਾਧਾ ਸਵਾਮੀ ਸਤਸੰਗ ਬਿਆਸ ਵਾਲੇ ਗੁਰੂ ਮਹਾਰਾਜ ਦੀ, ਉਹਨਾਂ ਦੀ ਸਿਕਿਉਰਿਟੀ ਬਾਰੇ ਲਿਖ ਦਿੱਤਾ, ਡੇਰੇ ਦੀ 10 ਜਨਤਕ ਕਰਤਾ। ਇਹ ਚੀਜ਼ਾਂ ਇੰਟੈਲੀਜੈਂਸ ਦੀਆਂ ਚੀਜ਼ਾਂ ਹੁੰਦੀਆਂ, ਇਹ ਬਿਹਾਈਂਡ ਕਰਟਨ ਹੁੰਦੀਆਂ, ਜਿਹਨੂੰ ਅਸੀਂ ਕਹਿੰਦੇ ਕਿ ਬਾਹਰ ਨਾ ਆਈਆਂ ਜਾਣ ਇਹ ਚੀਜ਼ਾਂ। ਇਹਦਾ ਮਤਲਬ ਤੁਸੀਂ ਤਾਂ ਸਭ ਕੁਝ ਦੱਸ ਰਹੇ ਹੋ ਜੀ, ਲੋ ਜੀ ਆ ਅਸੀਂ ਇੰਨੇ ਬੰਦਿਆਂ ਦੀ ਸਿਕਿਉਰਿਟੀ ਵਾਪਸ ਲੈਣੀ, ਜਿੰਨੇ ਜੋ ਕਰਨਾ ਕਰ ਲਓ।
ਇਹ ਕੰਮ ਸਰਕਾਰ ਦੀ ਇਹ ਚ ਫੇਲੀਅਰ ਮੰਨਦੇ ਹੋ ਭਗਵੰਤ ਮਾਨ ਦਾ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਭਗਵੰਤ ਸਰਕਾਰ ਦਾ ਫੇਲਿਅਰ ਹੈ ਮੰਨਦੇ ਹੋ? ਫੇਲਰ ਹਮੇਸ਼ਾ ਸਰਕਾਰ ਰਿਸਪੌਂਸਿਬਲ ਹੁੰਦੀ ਹੈ, ਓਪੋਜੀਸ਼ਨ ਰਿਸਪੌਂਸਿਬਲ ਨਹੀਂ ਹੁੰਦਾ। ਇਹ ਚ ਸਰਕਾਰ ਤੇ ਹੀ ਸਵਾਲ ਉੱਠਣੇ ਆ, ਸਰਕਾਰ ਜ਼ਿੰਮੇਦਾਰ ਹੈ। ਭਗਵੰਤ ਮਾਨ ਜੀ ਕੋਲ ਹੋਮ ਮਿਨਿਸਟਰੀ ਆ, ਪੁਲਿਸ ਮਹਿਕਮਾ, ਲਾਅ ਐਂਡ ਆਰਡਰ ਉਹਨਾਂ ਕੋਲ ਹੈ। ਉਹ ਇਹਦੇ ਪ੍ਰਤੀ ਜਵਾਬਦੇਹ ਨੇ। ਉਹ ਇਸ ਮਹਿਕਮੇ ਦੇ ਮਾਲਕ ਨੇ। ਇਸ ਮਹਿਕਮੇ ਦੇ ਵਿੱਚ ਪੱਤਾ ਵੀ ਹਿਲਣਾ, ਭਗਵੰਤ ਮਾਨ ਜੀ ਦੀ ਮਰਜ਼ੀ ਤੋਂ ਬਿਨਾਂ ਨਹੀਂ ਹਿਲਣਾ। ਅੱਜ ਸਾਰਾ ਪੰਜਾਬ ਉਹਨਾਂ ਕੋਲੋਂ ਇਹ ਸਵਾਲ ਤਾਂ ਪੁੱਛ ਰਿਹਾ ਵੀ ਤੁਸੀਂ ਇਹ ਜਨਤਕ ਕਿਉਂ ਕੀਤਾ? ਜੇ ਕੱਲ ਉਹਦੇ ਕੋਲ 10 ਗਨਮੈਨ ਸੀ, ਜਦੋਂ ਤੁਹਾਨੂੰ ਪਤਾ 2020 ਦੇ ਵਿੱਚ ਇਹਨੂੰ ਥ੍ਰੈਟ ਹੈ, ਪਰਮੀਸ਼ ਵਰਮੇ ਨੂੰ ਥ੍ਰੈਟ ਹੈ, ਮਨਕੀਰਤ ਔਲਖ ਨੂੰ ਥ੍ਰੈਟ ਹੈ, ਜਦੋਂ ਤੁਹਾਨੂੰ ਪਤਾ ਇਹਨਾਂ ਨੂੰ ਥ੍ਰੈਟ ਹੈ ਤੇ ਤੁਸੀਂ 2 ਗਨਮੈਨ ਦੇ ਕੇ ਰੱਖੋ, 4 ਗਨਮੈਨ ਦੇ ਕੇ ਰੱਖੋ, 1 ਦੇ ਕੇ ਰੱਖੋ। ਵਰਦੀ ਵਾਲਾ ਤਾਂ 1 ਹੀ ਬਹੁਤ ਹੈ। ਖੌਫ ਹੁੰਦਾ ਬਈ ਸਾਹਮਣੇ ਫਾਇਰ ਨਾ ਕਰ ਦੇਵੇ ਕਿਤੇ। ਇਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਕਿ ਪੰਜਾਬ ਦੇ ਗੈਂਗਸਟਰਸ ਜਿਹੜੇ ਆ ਉਹ ਬਹੁਤ ਬੇਖੌਫ ਆ। ਤੁਸੀਂ ਸੁੱਖਾ ਕਾਲਵਾ ਦਾ ਮਰਡਰ ਦੇਖ ਲਓ। ਸੁੱਖਾ ਕਾਲਵਾ ਦਾ ਮਰਡਰ ਹੋਇਆ, ਨੈਸ਼ਨਲ ਹਾਈਵੇ ਤੇ ਗੱਡੀਆਂ ਰੋਕੀਆਂ ਗਈਆਂ, ਗੱਡੀ ਪੁਲਿਸ ਦੀ ਕਸਟਡੀ ਦੇ ਵਿੱਚ ਹੋਇਆ। ਸ਼ਰੇਆਮ ਗੌਂਡਰ ਹੋਰਾਂ ਨੇ ਗੋਲੀਆਂ ਮਾਰੀਆਂ, ਭੰਗੜਾ ਪਾ ਕੇ ਨੱਚਦੇ ਹੋਏ ਉੱਥੋਂ ਵਾਪਸ ਗਏ ਆ, ਔਰ ਉਹਦੇ ਨਾਲ 8 ਪੁਲਿਸ ਵਾਲੇ ਸੀ। ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਉਹ 8 ਪੁਲਿਸ ਵਾਲਿਆਂ ਦੀ ਪਰਵਾਹ ਨਹੀਂ ਕਰਦੇ, ਤੇ ਜੇ ਉਹਨਾਂ ਨੇ ਟਾਰਗੇਟ ਕਿਲਿੰਗ ਕਰਨੀ ਹੈ ਤੇ ਉਹ ਕਰਨੀ ਹੈ। ਲੇਕਿਨ ਇਹਦੇ ਵਿੱਚ ਪਰਮੀਸ਼ ਵਰਮਾ ਹੋ ਜੇ, ਜਾਂ ਆਪਾਂ ਇਹ ਕਹਦੇ ਅੱਜ ਸਿੱਧੂ ਮੂਸੇ ਵਾਲਾ ਹੈਗਾ ਜਿਹੜਾ ਸ਼ਿਕਾਰ ਹੋ ਗਿਆ, ਉਹਦੇ ਕੋਲ ਤਾਂ 1 ਵੀ ਨਹੀਂ ਸੀ ਵਿਚਾਰੇ ਕੋਲ, ਉਹ ਤਾਂ ਗੱਡੀ ਵੀ ਆਪ ਚਲਾਉਂਦਾ ਸੀ, ਜਿਹੜੀਆਂ ਵੀਡੀਓ ਦੇਖ ਰਹੇ ਆ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਗੱਲਬਾਤ ਕੀਤੀ। ਸੋ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਕਤਲ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਕਲੀਅਰ ਕੀਤੀਆਂ। ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਭਗਵੰਤ ਸਰਕਾਰ, ਕਿਉਂਕਿ 1 ਦਿਨ ਪਹਿਲਾਂ ਹੀ ਸਿਕਿਉਰਿਟੀ ਵਾਪਸ ਲਈ ਤੇ ਉਹਦਾ ਐਲਾਨ ਵੀ ਜਨਤਕ ਤੌਰ ਤੇ ਕੀਤਾ, ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਹੋਈ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।